ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਜੀ ਸਾਹਿਬ ਭਾਗ ਛੇਵਾਂ ਪੌੜੀ ਦੂਜੀ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ ਵਾਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਈ। ਕੀ ਸਮਝਾਉਂਦੇ ਆ ਸਤਿਗੁਰ? ਹੁਕਮ ਬਾਰੇ ਸਮਝਾ ਰਹੇ ਆ, ਜਿਹਦੇ ਨਾਲ ਸ੍ਰਿਸ਼ਟੀ ਦੀ ਉਤਪਤੀ ਪਰਲੋ ਨਾਮੇ ਉਤਪਤ ਨਾਮੇ ਪਰਲੋ। ਨਾਮ ਹੀ ਤਾਂ ਹੁਕਮ ਹੈ ਭਾਈ, ਭਾਵ ਕੁਦਰਤ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ। ਉਹ ਨਿਰਾਕਾਰ ਆਕਾਰ ਤੋਂ ਰਹਿ ਦੁਨੀਆ ਇਲਾਹੀ ਹੁਕਮ ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ ਹੈ। ਜੇ ਆਪਾਂ ਹੁਕਮ ਨੂੰ ਵਿਚਾਰੀਏ, ਦੋ ਤਰ੍ਹਾਂ ਦਾ ਹੁਕਮ, ਇੱਕ ਆਪਣਾ ਕਾਲਪਨਿਕ, ਕੁਦਰਤ ਦਾ। ਉਹ ਸਾਡੀ ਮਨਬੁੱਧੀ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਕਿ ਅਸੀਂ ਉਹ ਹੁਕਮ ਨੂੰ ਸਮਝ ਲਈਏ। ਤਾਈਓ ਤਾਂ ਅਸੀਂ ਭਰਮ ਦੇ ਵਿੱਚ ਸੰਸਾਰ 'ਚ ਵਿਚਰਦੇ ਹਾਂ, ਕਿੱਡੀਆਂ ਗਲਤੀ ਕਰਦੇ ਹਾਂ ਵੀ ਸਾਨੂੰ ਉੱਥੋਂ ਮਾਇਆ ਮਿਲ ਗਈ, ਉੱਥੋਂ ਧੀ ਮਿਲ ਗਈ, ਉੱਥੋਂ ਪੁੱਤ ਮਿਲ ਗਿਆ। ਉਹ ਸਾਰਾ ਕੀ ਹੈ? ਭਰਮ। ਸਾਨੂੰ ਅਗਿਆਨਤਾ ਦੇ ਵਿੱਚ ਪਤਾ ਨਹੀਂ ਲੱਗਦਾ, ਕੁਛ ਵੀ ਕਹਿ ਦਿੰਦੇ ਹਾਂ ਕੁਦਰਤ ਦੇ ਖਿਲਾਫ ਅਸੀਂ। ਹੁਕਮ ਬਾਰੇ ਸਤਿਗੁਰੂ ਸਮਝਾਉਂਦੇ ਨੇ ਆਪਾਂ ਨੂੰ। ਹੁਕਮੀ ਹੋਵਨ ਆਕਾਰ, ਸਤਿਗੁਰੂ ਸਮਝਾਉਂਦੇ ਆ ਹੁਕਮ ਤੋਂ ਬਿਨਾਂ ਤਾਂ ਕੋਈ ਚੀਜ਼ ਪੈਦਾ ਹੀ ਨਹੀਂ ਹੁੰਦੀ ਭਾਈ। ਪਰ ਫਿਰ ਵੀ ਸਾਨੂੰ ਯਕੀਨ ਨਹੀਂ ਆਉਂਦਾ। ਕਿਉਂ ਨਹੀਂ ਯਕੀਨ ਆਉਂਦਾ? ਭਰੋਸਾ ਕਿਉਂ ਨਹੀਂ ਹੁੰਦਾ? ਸਾਨੂੰ ਗਿਆਨ ਹੀ ਨਹੀਂ ਹੈਗਾ। ਜਾ ਕੇ ਮਨ ਵਿਸ਼ਵਾਸ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਹਦੇ ਮਨ ਦੇ ਵਿੱਚ ਹੁਕਮ ਰੂਪੀ ਗਿਆਨ ਪ੍ਰਗਟ ਹੁੰਦਾ ਹੈ, ਜਿਹਦੇ ਕਿਰਪਾ ਰਹਿਮਤ ਹੁੰਦੀ ਹੈ ਕੁਦਰਤੀ। ਜਦੋਂ ਬਾਣੀ ਨੂੰ ਵਿਚਾਰਧਾਰਾ ਨਾਲ ਆਪਾਂ ਜੁੜਦੇ ਹਾਂ, ਸਾਡਾ ਭਰੋਸਾ ਬਣ ਜਾਂਦਾ, ਸਾਨੂੰ ਯਕੀਨ ਆ ਜਾਂਦਾ। ਅਮਲ ਕਰ ਲੈਂਦੇ ਹਾਂ, ਕਹਿ ਲਈਏ ਅਮਲ ਜੇ ਕੀਤੇ ਫਰੀਦਾ ਦੁਨੀ ਵਿੱਚ ਤਾਂ ਦਰ ਗਿਆ ਇਹ ਕੰਮ। ਅਮਲ ਕਰਨਾ ਹੈ। ਮਨਬੁੱਧੀ ਜਦੋਂ ਸੂਝਵਾਨ ਹੋ ਜਾਂਦੀ ਹੈ ਗੁਰੂ ਸ਼ਬਦ ਦੇ ਗਿਆਨ ਨਾਲ, ਫਿਰ ਹੁਕਮ ਦੀ ਸਾਨੂੰ ਸਮਝ ਆਉਂਦੀ ਹੈ ਵੀ ਸਾਰਾ ਕੁਝ ਤਾਂ ਹੁਕਮ ਨਾਲ ਪੈਦਾ ਹੁੰਦਾ ਹੈ। ਉਹ ਵੀ ਸਤਿਗੁਰੂ ਸਮਝਾਉਂਦੇ ਨੇ, ਹੁਕਮੀ ਹੋਵਨ ਆਕਾਰ। ਜੋ ਸ੍ਰਿਸ਼ਟੀ ਅਸੀਂ ਦੇਖ ਰਹੇ ਹਾਂ ਸਭ ਹੁਕਮ ਨਾਲ ਪੈਦਾ ਹੋਈ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਈ, ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸੰਭੋਏ। ਅੰਡਜ ਜੇਰਜ ਸੇਤਜ ਉਤਪਜ, ਤੇਰੇ ਕੀਤੇ ਜਨਤਾ ਚਾਰੇ ਖਾਣੀਆਂ। ਸਭ ਕੁਝ ਤਾਂ ਉਹਦੇ ਹੁਕਮ ਨਾਲ ਪੈਦਾ ਹੋਇਆ। ਪਰ ਫਿਰ ਵੀ ਅਸੀਂ ਗਲਤੀਆਂ ਕਰਦੇ ਹਾਂ, ਅਗਿਆਨੀ ਹਾਂ, ਸਾਨੂੰ ਸਮਝ ਨਹੀਂ ਆਉਂਦੀ। ਉਹੀ ਤਾਂ ਆਪਾਂ ਸਮਝਣ ਆਏ ਸੀ। ਹੁਣ ਹੁਕਮ ਨੂੰ ਸਮਝਣਾ ਆਪਾਂ। ਹੁਕਮ ਦੀ ਬਾਣੀ ਵਿਆਖਿਆ ਕਰਦੀ ਹੈ ਉਹਦੇ ਗੁਣਾਂ ਦੀ। ਪਿੱਛੇ ਆਪਾਂ ਵਿਚਾਰਿਆ ਜਿਹੜਾ ਮੂਲ ਮੰਤਰ 8 ਗੁਣ, 8 ਗੁਣਾਂ ਦੀ ਵਿਆਖਿਆ ਕਹਿ ਲਈਏ, 1430 ਅੰਗ, 8 ਗੁਣਾਂ ਦਾ ਸਾਰ ਕਹਿ ਲਈਏ ਆਪਾਂ। ਇਹ ਸਮਝਣਾ ਆਪਾਂ ਹੁਕਮ ਨੂੰ ਕਿਵੇਂ? ਗੁਰ ਕੇ ਚਰਨ ਬਾਣੀ ਨਾਲ ਜੁੜ ਕੇ। ਫਿਰ ਸਾਨੂੰ ਸਾਰੀ ਇਹ ਖੇਲ ਸਮਝ ਆਉਣੀ ਹੈ ਵੀ ਸਾਰਾ ਕੁਝ ਤਾਂ ਹੁਕਮ 'ਚ ਪੈਦਾ ਹੁੰਦਾ। ਉਹੀ ਸਤਿਗੁਰ ਸਮਝਾਉਂਦੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਉਹ ਆਪਣੇ ਵਰਗਾ ਹੁਕਮ ਨਹੀਂ ਭਾਈ, ਜਿਵੇਂ ਬੋਲ ਕੇ ਸਮਝਾਇਆ ਜਾਂਦਾ ਹੈ। ਜਿਵੇਂ ਆਪਾਂ ਅੰਦਰ ਵੀ ਕੋਈ ਵਿਚਾਰ ਕਰਦੇ ਹਾਂ, ਉਦੋਂ ਸਾਨੂੰ ਕਿਹੜੇ ਕੰਨਾਂ ਦੀ ਲੋੜ ਪੈਂਦੀ ਹੈ, ਜਾਂ ਅਸੀਂ ਕਿਸੇ ਨੂੰ ਕੁਛ ਕਹਿੰਦੇ ਹਾਂ ਬੋਲ ਕੇ, ਅੰਦਰ ਹੀ ਵਿਚਾਰ ਕਰਦੇ ਹਾਂ। ਉਹੀ ਤਾਂ ਦੇਹੀ ਆ, ਉਹੀ ਆਪਣੀ ਇੱਕ ਹੋਣੀ ਹੈ ਜਦ। ਫਿਰ ਆਪਾਂ ਨੂੰ ਹੁਕਮ ਨਾਮ ਸੁਣਨਾ, ਫਿਰ ਆਪਾਂ ਨੂੰ ਨਾਮ ਦਾ ਦਰਸ਼ਨ ਹੋਣਾ। ਆਤਮਾ ਪ੍ਰਾਤਮਾ ਇੱਕੋ ਕਰੇ। ਆਤਮਾ ਤੋਂ ਭਾਵ ਮਨ ਬੁੱਧੀ ਨੇ। ਮਨ ਕੀ ਇੱਛਾ ਤਿਆਗ ਕੇ ਜਦੋਂ ਇੱਕ ਹੋ ਜਾਂਦੇ ਨੇ, ਆਪਦੇ ਪ੍ਰਾਤਮਾ ਮੂਲ 'ਚ ਲਏ ਹੁੰਦੇ ਨੇ, ਫਿਰ ਉਹ ਹੁਕਮ ਸਾਨੂੰ ਸੁਣਦਾ। ਉਹੀ ਤਾਂ ਭਗਤੀ ਹੈ ਨਾਮ ਦੀ। ਪਰ ਸਾਡਾ ਸੰਸਾਰ 'ਚੋਂ ਖਹਿੜਾ ਛੁੱਟਿਆ ਨਹੀਂ। ਅਸੀਂ ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਹੁਕਮ ਦਾ ਵਿਰੋਧ ਕਰਨ ਲੱਗ ਜਾਂਦੇ ਹਾਂ। ਹੁਕਮ ਦਾ ਵਿਰੋਧ ਕਰਨੀ ਤਾਂ ਕਾਲ ਹੈ ਭਾਈ ਆਪਣਾ। ਜਿਵੇਂ ਆਪਾਂ ਟ੍ਰੇਨ 'ਚ ਬਹਿ ਜਾਈਏ, ਸਫ਼ਰ ਸ਼ੁਰੂ ਹੋ ਜਾਂਦਾ। ਜੇ ਟ੍ਰੇਨ ਦੇ ਅੱਗੇ ਖੜਾਂਗੇ ਤਾਂ ਕਾਲ ਹੈ, ਫਿਰ ਮੌਤ ਹੈ। ਇਵੇਂ ਹੁਕਮ ਦਾ ਵਿਰੋਧ ਕਰਨਾ ਮੌਤ ਹੈ। ਹੁਕਮ ਹੀ ਸਮਝਣ ਆਏ ਆਪਾਂ। ਹੁਕਮ ਦੀ ਬਾਣੀ ਵਿਆਖਿਆ ਕਰਦੀ ਹੈ। ਹੁਕਮੀ ਹੋਵਨ ਆਕਾਰ, ਜਿਵੇਂ ਬੱਚਾ ਜਨਮ ਲੈਂਦਾ, ਜੋ ਸਾਹ
ਆ ਜਾਂਦਾ, ਅਸੀਂ ਖੁਸ਼ ਹੋ ਜਾਂਦੇ ਹਾਂ, ਸਾਹ ਬੰਦ ਹੋ ਜਾਂਦਾ, ਅਸੀਂ ਰੋਣ ਲੱਗ ਜਾਂਦੇ। ਇੰਨੀ ਕੁ ਬੁੱਧੀ ਹੁੰਦੀ ਹੈ, ਸੰਸਾਰੀ ਜੀਵ ਆ ਆਪਾਂ। ਪਰ ਇਹ ਜਿਹੜੀ ਗੁਰਕੀ ਮੱਤ ਹੈ ਆਪਾਂ ਲੈਣੀ ਹੈ, ਫਿਰ ਆਪਾਂ ਨੂੰ ਸਾਰੀ ਹੁਕਮ ਦੀ ਸਮਝ ਆਉਣੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਆ ਗਏ ਨਾ ਸਤਿਗੁਰ ਸਮਝਾਉਂਦੇ। ਹੁਕਮ ਨਾਲ ਤਾਂ ਜੀ ਪੈਦਾ ਹੁੰਦੇ ਆ। ਹੁਕਮ ਮਿਲੇ ਵਡਿਆਈ, ਸੰਸਾਰੀ ਰੁਤਬੇ ਵੀ, ਨਾਮ ਦੀ ਵਡਿਆਈ ਵੀ, ਸਾਰਾ ਕੁਛ ਉਹਦੇ ਖੜਾ ਹੈ, ਉਹਦੇ ਹੁਕਮ 'ਤੇ ਖੜਾ ਹੈ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅੰਮ੍ਰਿਤ ਵਰਤਾਇਆ। ਜਦੋਂ ਲਿਵ ਟੁੱਟਦੀ ਹੈ ਹੁਕਮ ਨੂੰ, ਸਾਡੀ ਬੱਚਾ ਰੋਣ ਲੱਗਦਾ ਹੈ ਜਨਮ ਲੈਣ ਵੇਲੇ। ਉਹ ਅਵਸਥਾ ਦੀ ਗੱਲ ਸਤਿਗੁਰ ਸਮਝਾਉਂਦੇ ਨੇ। ਹੁਕਮ ਨਾਲ ਟੁੱਟ ਜਾਂਦੇ ਹਾਂ ਅਸੀਂ, ਪੈਦਾ ਹੁਕਮ ਨਹੀਂ ਹੋਇਆ। ਜੇ ਆਪਾਂ ਯੁੱਗਾਂ ਦੀ ਵਿਚਾਰ ਕਰ ਲਈਏ ਤਾਂ ਆਪਾਂ ਨੂੰ ਹੋਰ ਸੁਖਾਲਾ ਸਮਝ ਆ ਜਾਊਗਾ। ਅਵਸਥਾ ਦੇ ਨਾਂ ਨੇ ਆਤਮਾ ਦੇ, ਜਿਵੇਂ ਜਿਵੇਂ ਆਤਮਾ ਆਉਂਦੀ ਹੈ, ਕੋਈ ਯੁੱਗ ਲੱਗ ਨਹੀਂ ਹੈਗੀ। ਸਤਿਯੁਗ 'ਚੋਂ ਅਸੀਂ ਟੁੱਟਦੇ ਹਾਂ। ਸਤਿਯੁਗ ਰਸ ਸੰਤੋਖ ਕਾ ਧਰਮ ਅਗੇ ਰਥਵਾ, ਸਾਰੇ ਧਰਮ ਦੇ ਵਿੱਚ ਹੀ ਹੁੰਦੇ ਆ, ਹੁਕਮ ਦੇ ਵਿੱਚ ਹੁੰਦੇ ਨੇ, ਸੱਚ ਨਾਲ ਜੁੜੇ ਹੁੰਦੇ ਨੇ। ਜਦੋਂ ਉੱਥੋਂ ਟੁੱਟਦੇ ਹਾਂ ਫਿਰ ਤ੍ਰੇਤਾ ਦੇਵਲੋਕ ਆ ਜਾਂਦਾ ਹੈ। ਇਸ ਦੇਹੀ ਕੋ ਤਰਸੇ ਦੇ ਦੇਹੀ ਭਜ ਹਰ ਕੀ ਸੇ, ਫਿਰ ਦੇਵਲੋਕ ਦੇ ਵਿੱਚ ਹੁਕਮ ਹੁੰਦਾ ਹੈ। ਫਿਰ ਅਸੀਂ ਦੁਆਪਰ ਗਰਭ 'ਚ ਆਉਂਦੇ ਹਾਂ, ਉੱਥੇ ਤਪ ਕਰਦਾ, ਸਰੀਰ ਬਣਾਉਂਦਾ ਵਾ। ਫਿਰ ਜਨਮ ਲੈ ਕੇ ਬਾਹਰ ਆ ਜਾਂਦੀ ਹੈ ਚੇਤਨਾ ਜੜ ਨਾਲ ਜੁੜ ਕੇ। ਫਿਰ ਕਲਯੁਗ, ਕਾਲਪਨਿਕ ਯੁੱਗ ਆ ਜਾਂਦਾ ਵਾ। ਫਿਰ ਹੁਕਮ ਸਾਡੀ ਪਕੜ ਤੋਂ ਚਲਿਆ ਜਾਂਦਾ ਹੈ, ਸਾਡੀ ਪਕੜ 'ਚ ਨਹੀਂ ਹੁੰਦਾ। ਪਰ ਅਸੀਂ ਝੂਠ ਬਹੁਤ ਬੋਲਦੇ ਹਾਂ। ਸੰਸਾਰੀ ਜੀਵ ਆ, ਮਨ ਦਾ ਸੁਭਾਅ ਆ। ਉਹੀ ਹੁਕਮ ਦਾ ਤਾਂ ਫਿਰ ਦਰਸ਼ਨ ਕਰਨਾ ਆਪਾਂ ਭਾਈ। ਫਿਰ ਹੁਕਮ ਦੀ ਆਪਾਂ ਨੂੰ ਸਮਝ ਕਿਵੇਂ ਆ ਜਾਊਗੀ। ਇਸ ਕਰਕੇ ਵਿਰੋਧ ਕਰਦੇ ਹਾਂ, ਉਹੀ ਆਪਣਾ ਕਾਲ ਹੈ। ਹੁਕਮੀ ਹੋਵਣ ਜੀ, ਹੁਕਮ ਨਾਲ ਤਾਂ ਜਨਮ ਹੋਇਆ, ਹੁਕਮ ਨਾਲ ਹੀ ਸਮਾਪਤੀ ਹੈ। ਨਾਮੇ ਉਤਪਤ ਨਾਮੇ ਪਰਲੋ, ਹੁਕਮ ਮਿਲੇ ਵਡਿਆਈ, ਸੰਸਾਰੀ ਵਡਿਆਈ ਵੀ, ਨਾਮ ਦਾ ਜਸ ਵੀ, ਉਹਦੀ ਕਿਰਪਾ 'ਤੇ ਖੜਾ ਹੈ ਸਾਰਾ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਮਨ ਦਾ ਸੁਭਾਅ ਆ ਹੁਕਮ ਦਾ ਵਿਰੋਧ ਕਰਨਾ, ਦੁੱਖ ਸੁੱਖ ਇਸ ਮਨ ਕੀ ਵਿਰਥਾ। ਉੱਤਮ ਨੀਚ ਕੋਈ ਨਹੀਂ ਹੈਗਾ, ਸਾਰੇ ਉਹਦੇ ਨੇ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇਹ ਅਵਸਥਾ ਦੇ ਨਾਂ ਨੇ। ਕਦੋਂ ਅਸੀਂ ਨੀਚ ਹੁੰਦੇ ਹਾਂ? ਜਦੋਂ ਹੁਕਮ ਦਾ ਵਿਰੋਧ ਕਰਦੇ ਹਾਂ। ਕੀ ਕਰਦੇ ਹਾਂ? ਵੱਡਾ ਬਣਦੇ ਹਾਂ ਸੰਸਾਰ ਦੇ ਵਿੱਚ। ਜੋ ਜਾਣੇ ਸਭ ਸੇ ਉੱਚਾ, ਸੋਈ ਗਣੀਏ ਸਭ ਸੇ ਨੀਚਾ। ਨੀਚ ਹੋ ਗਏ ਨਾ ਫਿਰ ਹੁਕਮ ਦਾ ਵਿਰੋਧ ਕਰਕੇ। ਸੰਸਾਰ 'ਚ ਵੱਡਾ ਮੰਨਿਆ ਗਿਆ ਆਪਾਂ ਨੂੰ, ਪਰ ਦਰਗਾਹ 'ਚੋਂ ਕੱਟਿਆ ਗਿਆ। ਸਾਕਤ ਸਿਰ ਪਉ ਰੇਸ਼ਮੀ, ਪੈਰਤ ਹੀ ਪਤ ਖੋਈ ਜਿੱਦਣ ਹੁਕਮ ਖਸਮ ਦੀ ਬਰਾਬਰੀ ਕੀਤੀ। ਦਰਗਾਹ 'ਚ ਅਸੀਂ ਕੱਟੇ ਜਾਂਦੇ, ਜੰਮਣ ਮਰਨ ਸਾਡਾ ਪੱਕਾ ਹੋ ਜਾਂਦਾ ਹੈ। ਜੋ ਜਾਣੇ ਸਭ ਸੇ ਨੀਚਾ, ਸੋਈ ਗਣੀਏ ਸਭ ਤੋਂ ਉੱਚਾ। ਉੱਚੀ ਅਵਸਥਾ 'ਚ ਪਹੁੰਚ ਗਿਆ, ਆਪਦੇ ਘਰ ਪਹੁੰਚ ਗਿਆ, ਸੰਸਾਰ 'ਚੋਂ ਨੀਵਾਂ ਹੋ ਗਿਆ। ਉਹੀ ਤਾਂ ਆਪਾਂ ਪਿੱਛੇ ਵੀ ਬਾਬਾ ਫਰੀਦ ਜੀ ਦੇ ਸਲੋਕ ਵਿਚਾਰੇ ਸੀ। ਨਿਵਣ ਸੁਅਖਰ ਖਵਣ ਗੁਣ ਜੇਵਾ ਮਣੀਆਂ ਮੱਤ। ਇਹ ਹੁਕਮ ਵਾਲੀ ਮੱਤ, ਇਹ ਗੰਗਾ ਫਿਰ ਸਾਡੀ ਮਣੀਆਂ ਮੱਤ ਬੁੱਧੀ ਦੇ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਨੀਵੇਂ ਹੋ ਜਾਂਦੇ। ਨਿਵਣ ਸੁਅਖਰ ਖਵਣ ਗੁਣ, ਉਹ ਸਮਾ ਜਾਂਦੇ ਆ। ਇਹੀ ਤਾਂ ਵਿਧੀ ਹੈ ਸਮਝਣ ਦੀ ਭਾਈ। ਉੱਤਮ ਨੀਚ ਕੋਈ ਨਹੀਂ ਹੈਗਾ। ਹੁਕਮ ਦਾ ਵਿਰੋਧ ਜਿਹੜੇ ਕਰਦੇ ਨੇ ਉਹ ਨੀਚ ਹੋ ਜਾਂਦੇ ਨੇ। ਜਿਹੜੇ ਹੁਕਮ ਭਾਣੇ 'ਚ ਆ ਜਾਂਦੇ ਨੇ, ਉੱਤਮ ਭਾਵ ਸ੍ਰੇਸ਼ਟ ਆਤਮਾ ਸੁੱਧ ਕਰਕੇ ਪ੍ਰਾਤਮਾ 'ਚ ਲੈ ਹੋ ਜਾਂਦੇ ਨੇ, ਲੀਨ ਹੋ ਜਾਂਦੇ ਨੇ ਕਹਿ ਲਈਏ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਹੁਕਮ ਦਾ ਵਿਰੋਧ ਹੀ ਦੁੱਖ ਹੈ, ਭਾਣੇ 'ਚ ਆਉਣਾ ਸੁੱਖ ਹੈ। ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਪਾਈ। ਜਿਹੜੇ ਭਾਣੇ 'ਚ ਆ ਜਾਂਦੇ ਆ, ਬਖਸ਼ਿਸ਼ ਹੋ ਜਾਂਦੀ ਹੈ ਸੰਸਾਰ ਭਵ ਸਾਗਰ 'ਚੋਂ ਉਹਨਾਂ ਨੂੰ ਕੱਢਿਆ ਜਾਂਦਾ ਹੈ। ਦੁੱਖ ਪਰ ਹਰ ਸੁੱਖ ਕਰ ਲੈ, ਜੇ ਬਾਣੀ ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਸੁੱਖ ਸਾਗਰ 'ਚ ਲੈ ਜਾਂਦੀ ਹੈ। ਜੰਮਣ ਮਰ ਤੋਂ ਸਾਡਾ ਛੁਟਕਾਰਾ ਹੋ ਜਾਂਦਾ। ਉਹਨਾਂ ਦੀ ਬਖਸ਼ਿਸ਼ ਹੋ ਜਾਂਦੀ ਹੈ ਕਿਹਨਾਂ 'ਤੇ? ਉਹੀ ਤਾਂ ਗੁਰਸਿੱਖ ਨੇ ਭਾਈ, ਜਿਹੜੇ ਭਾਣੇ ਚੱਲਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਕ ਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਦੀ ਤਾਂ ਆਪਾਂ ਸੰਗਤ ਕਰਨੀ ਹੈ। ਐਸੇ ਗੁਰਸਿੱਖਾਂ ਨਾਲ ਕਿੰਨੇ ਹੋਰ ਨਿਕਲ ਜਾਂਦੇ ਨੇ। ਕਿਤੇ ਵੀ ਗੁਰੂ ਘਰਾਂ 'ਚ ਜਾਂ ਧਾਰਮਿਕ ਸਮਾਗਮਾਂ 'ਤੇ ਜੋ ਗੁਰੂ ਕੇ ਪਿਆਰੇ ਬਾਣੀ ਨੂੰ ਵਿਚਾਰਦੇ ਨੇ ਤਾਂ ਧਿਆਨ ਨਾਲ ਆਪਾਂ ਸੁਣਨਾ ਵਾ। ਜੋ ਸਾਨੂੰ ਉਹ 'ਚੋਂ ਗਿਆਨ ਮਿਲਦਾ ਉਹੀ ਤਾਂ ਗੁਰਦਕਸ਼ਨਾ ਵਾ। ਫੇਰ ਹੀ ਸਾਨੂੰ ਹੁਕਮ ਦੀ ਸਮਝ ਆਉਣੀ ਆ। ਇੱਕ ਹੁਕਮੀ ਸਦਾ ਭਵਾਈਏ। ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ, ਭਵਾਈਏ ਤੋਂ ਭਾਵ ਫਿਰ ਭਵ ਸਾਗਰ 'ਚ ਰਹਿ ਜਾਂਦੇ ਨੇ, ਜੰਮਣ ਮਰਨ ਨੂੰ ਚਲੇ ਜਾਂਦੇ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸਤਿਗੁਰ ਸਮਝਾਉਂਦੇ ਨੇ ਹੁਕਮ ਤੋਂ ਬਾਹਰ ਕੁਛ ਨਹੀਂ ਹੈਗਾ ਵਾ। ਜੇ ਹੁਕਮ ਤੋਂ ਬਾਹਰ ਹੈ ਫਿਰ ਤਾਂ ਕੁਦਰਤ ਦੀ ਲੋੜ ਹੀ ਨਹੀਂ ਆਪਾਂ ਨੂੰ। ਫਿਰ ਤਾਂ ਆਪਾਂ ਆਪ ਹੀ ਰੱਬ ਹੈ। ਉਹ ਤਾਂ ਬਣੇ ਹੋਏ ਆ, ਪਹਿਲਾਂ ਹੀ ਗਲਤੀ ਕਰੀ ਬੈਠੇ ਆ। ਸਤਿਗੁਰ ਸਮਝਾਉਂਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਕਮ ਤੋਂ ਬਾਹਰ ਕੁਛ ਨਹੀਂ ਹੈਗੀ।
ਕੋਈ ਵੀ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਇਹ ਤਾਂ ਸਮਝਣਾ ਸੀ ਆਪਾਂ। ਬਾਣੀ ਹੁਕਮ ਦਾ ਮਖਿਆਨ ਕਰਦੀ ਹੈ, ਹੁਕਮ ਦਾ ਜਸ ਕਰਦੀ ਹੈ। ਕਹੋ ਨਾਨਕ ਕਰਤੀ ਕੀਆ ਬਾਤਾਂ। ਇਹ ਰੱਬੀ ਬਾਣੀ ਆਪਾਂ ਸੁਣਨੀ ਆ, ਰੱਬ ਕੀਆਂ ਬਾਤਾਂ ਸੁਣਨੀਆਂ। ਸੁਣ ਸੁਣ ਪ੍ਰੀਤਮ ਤੁਮਾਰੀ ਬਾतें ਪ੍ਰਭ ਵੇਖਣ ਕਾ ਚਾਓ। ਫਿਰ ਹੀ ਚਾਓ ਸਾਡੇ ਅੰਦਰ ਪੈਦਾ ਹੋਊ, ਜਦੋਂ ਸਾਨੂੰ ਪਤਾ ਲੱਗੂ ਵੀ ਅਸੀਂ ਵਿਛੜੇ ਹੋਏ ਹਾਂ। ਵਿਛੋੜੇ ਦਾ ਦੁੱਖ ਸਾਨੂੰ ਪੀੜਾ ਹੋਊਗੀ। ਇਹ ਸੰਯੋਗ ਹੈ, ਜੇ ਆਪਾਂ ਬਾਣੀ ਨੂੰ ਵਿਚਾਰ ਰਹੇ ਹਾਂ, ਸੁਣ ਰਹੇ ਹਾਂ, ਸਾਡੇ 'ਤੇ ਕਿਰਪਾ ਰਹਿਮਤ ਹੋ ਚੁੱਕੀ ਹੈ, ਕੁਦਰਤੀ ਸੰਯੋਗ ਹੋ ਰਿਹਾ। ਜਿਵੇਂ ਧੀਆਂ ਪੁੱਤਾਂ ਦੇ ਵਿਆਹਾਂ ਦਾ ਅਸੀਂ ਸੰਸਾਰੀ ਭਾਵ ਲੈ ਲਈਏ, ਰਿਸ਼ਤੇ ਕਰਦੇ ਹਾਂ, ਉਹਨੂੰ ਸੰਯੋਗ ਕਹਿੰਦੇ ਹਾਂ। ਇਵੇਂ ਇਹ ਸੰਯੋਗ ਹੈ, ਅੱਖਰਾਂ ਸਿਰ ਸੰਯੋਗ ਬਖਾਣ। ਇਹ ਬਾਣੀ ਨਹੀਂ, ਆਪਾਂ ਉਹਦੇ ਨਾਲ ਜੁੜਨਾ ਵਾ। ਸੰਯੋਗ ਹੋ ਰਿਹਾ, ਆਪਾਂ ਕੁਦਰਤ ਨਾਲ ਜੁੜ ਰਹੇ ਹਾਂ, ਉਹਦੀ ਕਿਰਪਾ ਹੋ ਰਹੀ ਹੈ ਆਪਣੇ 'ਤੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਕਮ ਤੋਂ ਬਾਹਰ ਕੁਛ ਨਹੀਂ ਹੈਗਾ ਭਾਈ, ਸਭ ਕੁਛ ਹੁਕਮ 'ਚ ਹੋ ਰਿਹਾ। ਪਰ ਮਨ ਨੂੰ ਮਨਾਉਣਾ ਇਹੀ ਭਗਤੀ ਹੈ, ਇਹੀ ਤਪ ਹੈ। ਪ੍ਰਭ ਕੇ ਸਿਮਰਨ ਜਪ ਤਪ ਪੂਜਾ ਸੁਖਣੀ ਸਭ ਸਤਿਗੁਰਾਂ ਨੇ ਸਮਝਾਇਆ। ਸਿਮਰਨ ਤੋਂ ਭਾਵ ਸੋਝੀ ਸਾਨੂੰ ਹੋ ਜਾਂਦੀ ਹੈ ਹੁਕਮ ਦੀ, ਗਿਆਨ ਹੋ ਜਾਂਦਾ ਹੈ, ਜਪ ਹੋ ਤਾਂ ਭਾਵ ਸਮਝ ਲੈਂਦੇ ਹਾਂ। ਫਿਰ ਸਾਡਾ ਤਪ ਸ਼ੁਰੂ ਹੁੰਦਾ, ਮਨ ਨੂੰ ਘੂਰ ਕੇ ਰੱਖਣਾ ਬੁਰਾਈਆਂ ਤੋਂ, ਜੋ ਮਨ 'ਚ ਕਮੀਆਂ ਦੂਰ ਕਰਨੀਆਂ। ਇਹੀ ਤਾਂ ਭਗਤੀ ਹੈ ਭਾਈ। ਮਨ ਧੋਵੋ ਗੁਰ ਸ਼ਬਦ ਲਾਗੋ, ਹਰਿ ਸਿਉ ਰਹੋ ਚਿੱਤ ਲਾਏ। ਬਾਰ ਬਾਰ ਸਾਨੂੰ ਬਾਣੀ ਸਮਝਾਉਂਦੀ ਹੈ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲੇ। ਹੁਕਮ ਦਾ ਸਾਰਾ ਕੁਛ ਆ ਰਿਹਾ ਵਾ। ਹੁਕਮ ਪ੍ਰਤਪਾਲਕ ਹੈ, ਦਿੰਦਾ ਦੇ ਲੈਂਦੇ ਥਕ ਪਾਏ। ਜੁਗਾਂ ਜੁਗੰਤਰ ਖਾਈ ਖਾਏ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਆਵੀ, ਅਗਨਤ ਭਰੇ ਭੰਡਾਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ ਜਲ ਮੇ ਜਨ ਤੋਂ ਪਾਏ। ਤਿੰਨਾ ਪੀ ਰੋਜੀ। ਦੇ ਹੁਕਮ ਹੀ ਦੇ ਰਿਹਾ, ਕੌਣ ਦੇ ਰਿਹਾ ਭਾਈ। ਮਾਣਕ ਕੀ ਟੇਕ ਬਿਰਥੀ ਜਾਣ ਦੇਵਨ ਕੋ ਏਕ ਹੀ ਭਗਵਾਨ। ਅਸੀਂ ਕਿਉਂ ਜੁੜੇ ਬੈਠੇ ਹਾਂ? ਅਗਿਆਨੀ ਹੈ, ਸਾਨੂੰ ਗਿਆਨ ਨਹੀਂ। ਹੁਣ ਆਪਾਂ ਨੂੰ ਸੱਚ ਦਾ ਗਿਆਨ ਹੋਣਾ, ਫਿਰ ਆਪਾਂ ਹੁਕਮ ਨਾਲ ਜੁੜਨਾ ਹੈ। ਜਦੋਂ ਹੁਕਮ 'ਚ ਮਨ ਭਾਣੇ 'ਚ ਆ ਜਾਂਦਾ ਹੈ, ਫਿਰ ਸੁੱਖ ਸ਼ੁਰੂ ਹੁੰਦਾ। ਸੁੱਖ ਤੇਰਾ ਦਿੱਤਾ ਲਈਏ। ਉਹਦੀ ਕਿਰਪਾ ਤੋਂ ਬਿਨਾਂ ਸੁੱਖ ਨਹੀਂ ਮਿਲਦਾ, ਸੰਸਾਰੀ ਵੀ, ਆਤਮਾ ਕਰਕੇ ਵੀ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੇ ਜੇ ਬੁਝੇ। ਸਤਿਗੁਰ ਸਮਝਾਉਂਦੇ, ਜਿਹੜੇ ਗੁਰਸਿੱਖ ਗੁਰ ਸ਼ਬਦ ਦੀ ਕਮਾਈ ਕਰਦੇ ਨੇ। ਨਦੀਆਂ ਪਵੇ ਸਮੁੰਦਰ ਨਾ ਜਾਣੀ। ਜਿਵੇਂ ਅੱਗੇ ਆਪਾਂ ਨੂੰ ਆ ਜਾਣਾ, ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਇਵੇਂ ਆਪਾਂ ਗੁਰੂ ਦੇ ਪਿੱਛੇ ਚੱਲਣਾ ਵਾ, ਫਿਰ ਆਪਾਂ ਗੁਰੂ ਕਾ ਰੂਪ ਬਣਨਾ ਵਾ। ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਉਹਨਾਂ ਦੀ ਹਉਮੈ ਇੱਛਾ ਚਲੀ ਜਾਂਦੀ ਹੈ। ਉਹਨਾਂ 'ਚ ਸੰਸਾਰ ਦੀ ਵੱਡੀ ਵਡਿਆਈ ਕਰਾਉਣ ਦੀ, ਉੱਚੇ ਰੁਤਬੇ ਲੈਣ ਦੀ ਇੱਛਾ ਖਤਮ ਹੋ ਜਾਂਦੀ ਹੈ। ਇਹੀ ਵੱਡੀ ਭਗਤੀ ਹੈ ਭਾਈ। ਆਪਦੀ ਮਤ ਦਾ ਤਿਆਗ, ਇਹ ਭਗਤੀ ਹੈ। ਗੁਰ ਕੀ ਮਤ ਲੈਣੀ, ਗਿਆਨ ਮਤ ਲੈਣੀ, ਗਿਆਨੀਆਂ ਦਾ ਮਾਰਗ ਹੈ, ਇਹ ਪ੍ਰਾਪਤੀ ਹੈ। ਇਹ ਆਪਾਂ ਕਰਨੀ ਹੈ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਇਹਨੂੰ ਸਮਝੀਏ। ਸਮਝਦੇ ਰਹਾਂਗੇ ਤਾਂ ਜਪ ਸਾਡਾ ਸ਼ੁਰੂ ਹੈ, ਫਿਰ ਤਪ ਵੀ ਹੋਊਗਾ, ਫਿਰ ਪੂਜਾ ਭਾਵ ਉਹਦਾ ਜਸ ਵੀ ਹੋਊਗਾ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਭਗਤ ਕਬੀਰ ਜੀ ਸਮਝਾਉਂਦੇ ਨੇ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਤੇਰਾ। ਤੇਰਾ ਤੁਝ ਕੋ ਸੌਂਪਤੀ, ਕਿਆ ਲਾਗੇ ਮੇਰਾ। ਇਹ ਅਵਸਥਾ 'ਚ ਜਾ ਕੇ ਸਾਨੂੰ ਪਤਾ ਲੱਗਦਾ ਹੈ। ਫਿਰ ਅਸੀਂ ਉਹ ਦਿਵ ਦ੍ਰਿਸ਼ਟੀ ਭਾਵ ਗਿਆਨ ਨਾਲ ਅਸੀਂ ਦੇਖਦੇ ਹਾਂ ਵੀ ਜਦੋਂ ਜੀਵ ਸੰਸਾਰ 'ਚ ਆਉਂਦਾ, ਸਾਡੇ ਕੋਲ ਤਾਂ ਕੁਛ ਵੀ ਨਹੀਂ ਹੁੰਦਾ। ਮਨੁੱਖਾ ਦੇਹ ਤੋਂ ਉਹਦੀ ਕਿਰਪਾ ਨਾਲ ਮਿਲਦੀ ਹੈ। ਫਿਰ ਸਾਡੀ ਦੇਖਣ ਵਾਲੀ ਦ੍ਰਿਸ਼ਟੀ ਹੁੰਦੀ ਹੈ ਉਹਦੀ ਕਿਰਪਾ ਰਹਿਮਤ ਨਾਲ, ਉਹ ਆਪਾਂ ਲੈਣੀ ਆ। ਇਹੀ ਭਗਤੀ ਹੈ, ਇਹੀ ਪ੍ਰਾਪਤੀ ਹੈ। ਆਓ ਸਾਰੇ ਮਿਲ ਕੇ ਇਹ ਵਿਚਾਰਧਾਰਾ ਨਾਲ ਜੁੜੇ ਰਹੀਏ, ਚੱਲਦੇ ਰਹੀਏ, ਆਪਦੇ ਘਰ ਪਹੁੰਚ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।